Hello everyone. Hope you all are safe and well. Today we will learn a new topic. But before we go through this topic, let's have some discussion. करिए शुरू. Yes, ma'am. चलो. Look at these pictures. What are these figures called? Ma'am, these are polygons. Very good. What is polygon? Ma'am, closed figure. ਮੈਮ ਕਲੋਜ਼ਡ ਕਿਸੇ ਵੀ ਕਲੋਜ਼ਡ ਫਿਗਰ ਨੂੰ ਆਪਾਂ ਪੋਲੀਗਨ ਕਹਿ ਦਿੰਦੇ ਜਿੱਦਾਂ ਟ੍ਰਾਇੰਗਲ ਵੀ ਕਲੋਜ਼ਡ ਆ ਸਕੁਅਰ ਵੀ ਰੈਕਟੈਂਗਲ ਵੀ ਕਲੋਜ਼ਡ ਆ ਪੈਰੈਲੋਗ੍ਰਾਮ ਵੀ ਕਲੋਜ਼ਡ ਆ ਓਕੇ. ਪੋਲੀਗਨ ਇੱਕ ਸਿੰਪਲ ਕਲੋਜ਼ਡ ਫਿਗਰ ਹੁੰਦੀ ਆ ਜੋ ਕਿ ਲਾਈਨ ਸੈਗਮੈਂਟਸ ਦੇ ਨਾਲ ਬਣੀ ਹੋਈ ਹੁੰਦੀ ਹੈਗੀ ਆ. ਹੁਣ ਮੈਨੂੰ ਕੁਝ ਡਿਫਰੈਂਟ ਸ਼ੇਪਸ ਦੱਸੋ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਆ. ਮੈਮ ਸਕੁਅਰ ਰੈਕਟੈਂਗਲ ਟ੍ਰਾਇੰਗਲ ਸਰਕਲ. ਵੈਰੀ ਗੁੱਡ. ਹੁਣ ਇਸ ਪਿਕਚਰ ਨੂੰ ਦੇਖੋ. ਇਹ ਕਿਹੜੀ ਸ਼ੇਪ ਹੈ? ਮੈਮ ਟ੍ਰਾਇੰਗਲ. ਵੈਰੀ ਗੁੱਡ. ਮੈਨੂੰ ਟ੍ਰਾਇੰਗਲ ਦੀ ਵਰਟਿਸਿਸ ਦੱਸੋ ਕੀ ਹੁੰਦੀਆਂ? ਓਕੇ. Want to learn a new topic, triangle and its properties. ਹੁਣ ਇਸ ਸਲਾਈਡਸ ਦੇ ਵਿੱਚ ਆਪਾਂ ਕੀ ਪੜਾਂਗੇ? ਟ੍ਰਾਇੰਗਲ ਕੀ ਹੁੰਦਾ ਆ, ਟ੍ਰਾਇੰਗਲ ਦੇ ਸਾਈਡ, ਵਰਟਿਸਿਸ, ਐਂਗਲਸ ਕੀ ਹੁੰਦੇ ਆ, ਆਪਾਂ ਟ੍ਰਾਇੰਗਲ ਦੀ ਕਲਾਸੀਫਿਕੇਸ਼ਨ ਕਿਸ ਤਰ੍ਹਾਂ ਕਰਦੇ ਹੈਗੇ ਆ ਬੇਸਡ ਔਨ ਸਾਈਡ, ਬੇਸਡ ਔਨ ਐਂਗਲਸ. ਟ੍ਰਾਇੰਗਲ ਦੇ ਮੀਡੀਅਨਸ ਕੀ ਹੁੰਦੇ ਆ, ਐਲਟੀਟਿਊਡ ਆਫ ਟ੍ਰਾਇੰਗਲ ਕੀ ਹੁੰਦਾ ਆ, ਟ੍ਰਾਇੰਗਲ ਦੇ ਐਕਸਟੀਰੀਅਰ ਤੇ ਇੰਟੀਰੀਅਰ ਐਂਗਲਸ ਕੀ ਹੁੰਦੇ ਹੈਗੇ ਆ, ਤੇ ਇਸੇ ਤਰ੍ਹਾਂ ਹੀ ਆਪਾਂ ਕਰਾਂਗੇ ਐਕਸਟੀਰੀਅਰ ਐਂਗਲ ਪ੍ਰੋਪਰਟੀ ਆਫ ਅ ਟ੍ਰਾਇੰਗਲ. ਹੁਣ ਇਹ ਪਿਕਚਰ ਦੇਖੋ. ਇਹ ਪਿਕਚਰ ਕਿਹਦੀ ਹੈ? ਮੈਮ ਇਹ ਸਮਾਈਲੀ ਟ੍ਰਾਇੰਗਲ ਹੈ. ਵੈਰੀ ਗੁੱਡ. ਇਹ ਇੱਕ ਟ੍ਰਾਇੰਗਲ ਆ. ਹੁਣ ਟ੍ਰਾਇੰਗਲ ਹੁੰਦੀ ਕੀ ਆ? ਟ੍ਰਾਇੰਗਲ ਇੱਕ ਸਿੰਪਲ ਕਲੋਜ਼ਡ ਕਰਵ ਹੁੰਦੀ ਆ ਜੋ ਕਿ 3 ਲਾਈਨ ਸੈਗਮੈਂਟਸ ਨਾਲ ਬਣੀ ਹੋਈ ਹੁੰਦੀ ਹੈਗੀ ਆ. ਹਰ ਟ੍ਰਾਇੰਗਲ ਦੇ 3 ਵਰਟਿਸਿਸ ਹੁੰਦੇ ਹੈਗੇ ਆ, 3 ਸਾਈਡਸ ਹੁੰਦੀਆਂ ਹੈਗੀਆਂ ਤੇ 3 ਹੀ ਐਂਗਲਸ ਹੁੰਦੇ ਹੈਗੇ ਆ. ਠੀਕ. ਨਾਓ ਨੈਕਸਟ ਇਜ਼ ਆਪਾਂ ਕੁਝ ਹੋਰ ਐਕਸਪਲੋਰ ਕਰਦੇ ਹਾਂ. ਟ੍ਰਾਇੰਗਲ ਜਿਹੜੀ ਹੁੰਦੀ ਹੈਗੀ ਜਨਰਲੀ ਉਹਨੂੰ ਡੈਲਟਾ ਨਾਲ ਡਿਨੋਟ ਕੀਤਾ ਜਾਂਦਾ ਜੋ ਕਿ ਇੱਕ ਛੋਟਾ ਜਿਹਾ ਟ੍ਰਾਇੰਗਲ ਦਾ ਹੀ ਸਿੰਬਲ ਹੁੰਦਾ ਹੈ. ਠੀਕ ਹੈ. ਹੁਣ ਇਸ ਟ੍ਰਾਇੰਗਲ ਨੂੰ ਦੇਖੋ. ਇਹਦੇ ਵਿੱਚ ਤੁਹਾਨੂੰ ਕੀ ਦਿਖ ਰਿਹਾ ਹੈ? ਮੈਮ ਇਹਦੀਆਂ ਲੈਗਸ ਸਾਈਡਸ. ਮੈਮ ਇਹਦੇ ਵਿੱਚ ਐਂਗਲ ਵੀ ਆ. ਹਾਂਜੀ ਵੈਰੀ ਗੁੱਡ. ਆਪਾਂ ਹੁਣ ਇਸੇ ਤਰ੍ਹਾਂ ਹੀ ਆਪਾਂ ਟ੍ਰਾਇੰਗਲ ਦੇ ਬਾਰੇ ਜਾਣਾਂਗੇ. ਸਭ ਤੋਂ ਪਹਿਲਾਂ ਆਪਾਂ ਪੜਿਆ ਸੀਗਾ ਕਿ ਟ੍ਰਾਇੰਗਲ ਜਿਹੜੀ 3 ਲਾਈਨ ਸੈਗਮੈਂਟਸ ਨਾਲ ਮਿਲ ਕੇ ਬਣਦੀ ਹੈ. ਹੁਣ ਇਹਦੇ ਵਿੱਚ AB BC CA ਇਹ 3 ਲਾਈਨ ਸੈਗਮੈਂਟ ਆ ਜੋ ਆਪਸ ਦੇ ਵਿੱਚ ਮਿਲ ਕੇ ਇੱਕ ਟ੍ਰਾਇੰਗਲ ਬਣਾ ਰਹੀਆਂ. ਸੋ ਇਹੀ 3 ਸਾਈਡਸ ਜਿਹੜੀਆਂ ਹੈਗੀਆਂ ਆ AB ਸਾਈਡ, BC ਐਂਡ CA ਇਹ ਤਿੰਨੋਂ ਕੀ ਹੈਗੀਆਂ ਸਾਈਡਸ ਆਫ ਅ ਟ੍ਰਾਇੰਗਲ ABC. ਨੈਕਸਟ ਆਪਾਂ ਪੜਾਂਗੇ ਵਰਟੈਕਸ ਆਫ ਅ ਟ੍ਰਾਇੰਗਲ. ਸਭ ਤੋਂ ਪਹਿਲਾਂ ਇਹ ਜਾਣਦੇ ਵਰਟੈਕਸ ਹੁੰਦਾ ਕੀ ਆ. ਵਰਟੈਕਸ ਉਹ ਪੁਆਇੰਟ ਹੁੰਦਾ ਆ ਜਿੱਥੇ ਦੋ ਸਾਈਡਸ ਆ ਕੇ ਆਪਸ 'ਚ ਮਿਲਦੀਆਂ ਆ. ਸੋ ਇਸ ਟ੍ਰਾਇੰਗਲ ਦੇ ਵਿੱਚ ਵਰਟੈਕਸ ਪੁਆਇੰਟਸ ਕਿਹੜੇ ਹੋਣਗੇ? ਪੁਆਇੰਟ A, ਪੁਆਇੰਟ B, ਪੁਆਇੰਟ C. ਉਹ ਕਿਉਂ? ਕਿਉਂਕਿ ਪੁਆਇੰਟ A ਦੇ ਉੱਤੇ ਦੋ ਸਾਈਡਸ ਆਪਸ 'ਚ ਆ ਕੇ ਮਿਲ ਰਹੀਆਂ, ਸਾਈਡ AB ਤੇ ਸਾਈਡ AC. ਇਸੇ ਤਰ੍ਹਾਂ ਹੀ B ਪੁਆਇੰਟ ਦੇ ਉੱਤੇ ਦੋ ਸਾਈਡਸ ਮਿਲ ਰਹੀਆਂ ਆ AB ਤੇ BC ਤੇ C ਦੇ ਉੱਤੇ ਵੀ ਦੋ ਸਾਈਡਸ ਆਪਸ 'ਚ ਆ ਕੇ ਮਿਲ ਰਹੀਆਂ AC ਤੇ BC. ਠੀਕ ਹੈ. ਨੈਕਸਟ ਹੁਣ ਐਂਗਲ ਦੇ ਵਿੱਚ ਤੁਸੀਂ ਕਲਰਡ ਪੋਰਸ਼ਨ ਦੇਖ ਰਹੇ ਹੋ? ਯੈਸ ਮੈਮ. ਇਹਨਾਂ ਨੂੰ ਕਿਹਾ ਜਾਂਦਾ ਹੈਗਾ ਇੰਟੀਰੀਅਰ ਐਂਗਲਸ. ਠੀਕ ਹੈ. ਹਰ ਟ੍ਰਾਇੰਗਲ ਦੇ 3 ਇੰਟੀਰੀਅਰ ਐਂਗਲਸ ਹੁੰਦੇ ਹੈਗੇ ਆ. ਇਨ ਟ੍ਰਾਇੰਗਲ ABC ਇਹਦੇ ਵਿੱਚ 3 ਇੰਟੀਰੀਅਰ ਐਂਗਲਸ ਹੈ, ਐਂਗਲ BAC, ਐਂਗਲ ACB ਐਂਡ ਐਂਗਲ ABC. ਠੀਕ ਹੈ. ਜਨਰਲੀ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਵੀ ਡਿਨੋਟ ਕਰ ਸਕਦੇ. ਐਂਗਲ BAC ਨੂੰ ਅਸੀਂ ਐਂਗਲ A ਵੀ ਲਿਖ ਸਕਦੇ ਹਾਂ, ABC ਨੂੰ ਐਂਗਲ B ਵੀ ਲਿਖ ਸਕਦੇ ਹਾਂ, ਐਂਗਲ ACB ਨੂੰ ਅਸੀਂ ਐਂਗਲ C ਵੀ ਲਿਖ ਸਕਦੇ. Now next is classification of a triangles. Classification ਜਿਹੜੀ ਹੁੰਦੀ ਹੈ triangles ਦੀ ਉਹ ਦੋ ਤਰ੍ਹਾਂ ਦੀ ਹੁੰਦੀ ਆ, on the basis of length of sides and on the basis of internal angles. ਤੁਸੀਂ ਇਸ ਸਲਾਈਡਸ ਦੇ ਵਿੱਚ ਦੇਖ ਰਹੇ ਹੋ ਲੈਂਥ ਦੇ ਬੇਸਿਸ ਦੇ ਉੱਤੇ ਕਿੰਨੀਆਂ ਟਾਈਪਸ ਆਉਂਦੀਆਂ? ਮੈਮ 3 ਟਾਈਪਸ ਹੈਗੀਆਂ. that is equilateral triangle, isosceles triangle and scalene triangle. ਇਸੇ ਤਰ੍ਹਾਂ ਹੀ ਇੰਟਰਨਲ ਐਂਗਲ ਦੇ ਬੇਸਿਸ ਦੇ ਉੱਤੇ ਵੀ ਕਿੰਨੀਆਂ ਹੈ? 3 ਹੈਗੀਆਂ. right angle triangle, acute triangle and oblique or obtuse angle triangle.
ਸਭ ਤੋਂ ਪਹਿਲਾਂ ਆਉਂਦੀ ਹੈ ਕਲਾਸੀਫਿਕੇਸ਼ਨ ਬਾय ਦੀ ਲੈਂਥ ਆਫ ਸਾਈਡਸ। ਠੀਕ ਹੈ, ਪਹਿਲੇ ਆਉਂਦੀ ਹੈ ਇਕੁਏਲੇਟਰਲ ਟ੍ਰਾਇੰਗਲ। ਇਕੁਏਲੇਟਰਲ ਟ੍ਰਾਇੰਗਲ ਹੁੰਦੀ ਕੀ ਆ? ਇਹ ਉਹ ਟ੍ਰਾਇੰਗਲ ਹੁੰਦੀਆਂ ਆ ਜਿਹਦੀ ਟ੍ਰਾਇੰਗਲ ਦੀ ਤਿੰਨੋਂ ਸਾਈਡਸ ਜਿਹੜੀਆਂ ਹੁੰਦੀਆਂ ਆ ਉਹ ਸੇਮ ਲੈਂਥ ਦੀ ਹੁੰਦੀਆਂ ਆ। ਦੈਟ ਇਜ਼ ਟ੍ਰਾਇੰਗਲ ਦੀ ਜਿਹੜੀਆਂ ਤਿੰਨੋਂ ਸਾਈਡ ਹੈ, ਸਪੋਜ਼ ਟ੍ਰਾਇੰਗਲ ਹੈਗੀ ਆ ABC, ਉਹਦੀਆਂ ਜਿਹੜੀਆਂ AB ਸਾਈਡ ਆ, BC ਤੇ CA ਸਾਈਡ ਤਿੰਨੋਂ ਕੀ ਹੋਣਗੀਆਂ? ਇਕੁਅਲ ਹੋਣਗੀਆਂ। ਹੁਣ ਤੁਸੀਂ ਇਹ ਪਿਕਚਰ ਦੇਖੋ, ਇਹਦੇ ਵਿੱਚ ਤੁਸੀਂ ਕੀ ਆਬਜ਼ਰਵ ਕਰ ਰਹੇ ਹੋ? ਮੈਮ ਇਹ ਵਾਲੇ ਟ੍ਰਾਇੰਗਲ ਦੀਆਂ ਸਾਰੀਆਂ ਸਾਈਡਸ ਇਕੁਅਲ ਆ। ਵੈਰੀ ਗੁੱਡ। ਸੋ ਇਸ ਟ੍ਰਾਇੰਗਲ ਦੇ ਵਿੱਚ ਕੀ ਹੈਗਾ ਹੈ ਕਿ ਤਿੰਨੋਂ ਸਾਈਡਸ ਜਿਹੜੀਆਂ ਕੀ ਹੈਗੀਆਂ ਆ ਇਕੁਅਲ ਦਿੱਤੀਆਂ ਹੋਈਆਂ। ਦਿੱਤਾ ਪਿਆ ਨਾ ABC ਇਕੁਅਲਸ ਟੂ 5 ਤਿੰਨੋਂ ਸੇਮ ਆ ਤੇ ਉਹਨਾਂ ਦੇ ਇੰਟਰਨਲ ਐਂਗਲਸ ਵੀ ਕੀ ਹੈਗੇ ਆ? ਸੇਮ। ਇਕੁਅਲ ਹੈਗੇ। ਸੋ ਇਕੁਏਲੇਟਰਲ ਟ੍ਰਾਇੰਗਲਸ ਦੇ ਵਿੱਚ ਕੀ ਹੁੰਦੇ? ਤਿੰਨੋਂ ਸਾਈਡਸ ਇਕੁਅਲ ਹੁੰਦੀਆਂ ਆ ਤੇ ਤਿੰਨੋਂ ਐਂਗਲਸ ਇਕੁਅਲ ਹੁੰਦੇ ਆ। ਆਈਸੋਲੇਸ ਟ੍ਰਾਇੰਗਲ। ਆਈਸੋਲੇਸ ਟ੍ਰਾਇੰਗਲ ਜਿਹੜੀ ਉਹ ਟ੍ਰਾਇੰਗਲ ਹੁੰਦੀ ਆ ਜਿਹਦੀਆਂ ਦੋ ਸਾਈਡਸ ਸੇਮ ਹੁੰਦੀਆਂ ਆ ਤੇ ਤੀਸਰੀ ਸਾਈਡ ਦੀ ਲੈਂਥ ਡਿਫਰੈਂਟ ਹੁੰਦੀ ਹੈਗੀ ਆ। ਦੈਟ ਇਜ਼ ਕੋਈ ਵੀ ਦੋ ਸਾਈਡਸ ਜਿਹੜੀਆਂ ਹੋਣੀਆਂ ਉਹਨਾਂ ਦੀ ਲੈਂਥ ਇਕੁਅਲ ਹੋਣੀ ਆ ਤੇ ਥਰਡ ਸਾਈਡ ਜਿਹੜੀ ਹੈਗੀ ਆ ਉਹ ਡਿਫਰੈਂਟ ਹੋਣੀ ਆ। ਇਸੇ ਤਰ੍ਹਾਂ ਹੀ ਇਹਨਾਂ ਦੇ ਇੰਟੀਰੀਅਰ ਐਂਗਲਸ ਜਿਹੜੇ ਹੋਣੇ ਆ ਉਹ ਕੋਈ ਦੋ ਐਂਗਲਸ ਇਕੁਅਲ ਹੋਣੇ ਹੈਗੇ ਤੇ ਥਰਡ ਐਂਗਲ ਡਿਫਰੈਂਟ ਹੋਣਾ ਹੈਗਾ। ਹੁਣ ਇਹਦੇ ਵਿੱਚ ਤੁਸੀਂ ਦੇਖੋ ਇਹ ਡਾਇਗਰਾਮ, ਇਹਦੇ ਵਿੱਚ ਲਾਈਨ ਸੈਗਮੈਂਟ AB ਤੇ ਲਾਈਨ ਸੈਗਮੈਂਟ AC ਦੋਨੋਂ ਇਕੁਅਲ ਆ ਬਟ BC ਕੀ ਹੈਗੀ ਆ? ਡਿਫਰੈਂਟ ਹੈ। ਠੀਕ ਹੈ, ਯੈਸ ਮੈਮ। ਤੇ ਉਸੇ ਤਰ੍ਹਾਂ ਇਹਨਾਂ ਦੇ ਐਂਗਲ B ਤੇ ਐਂਗਲ C ਇਕੁਅਲ ਆ ਬਟ ਐਂਗਲ A ਡਿਫਰੈਂਟ ਹੈਗਾ। ਠੀਕ ਆ, ਨੈਕਸਟ ਸਕੇਲਿਨ ਟ੍ਰਾਇੰਗਲ। ਸਕੇਲਿਨ ਟ੍ਰਾਇੰਗਲ ਉਹ ਟ੍ਰਾਇੰਗਲ ਹੁੰਦੀ ਆ ਜਦੋਂ ਤਿੰਨੋਂ ਸਾਈਡਸ ਡਿਫਰੈਂਟ ਲੈਂਥ ਦੀਆਂ ਹੁੰਦੀਆਂ। ਦੈਟ ਮੀਨਸ ਕਿ ਤਿੰਨੋਂ ਸਾਈਡਸ ਜੋ ਹੁੰਦੀਆਂ ਆ ਟ੍ਰਾਇੰਗਲ ਦੀ ਉਹ ਇਕੁਅਲ ਨਹੀਂ ਹੋਣਗੀਆਂ। ਠੀਕ ਹੈ, ਹੁਣ ਇੱਥੇ ਲਿਖਿਆ ਵੀ ਹੈਗਾ ਆ AB not equal to BC not equals to AC, that means ਕੋਈ ਵੀ ਇਕੁਅਲ ਨਹੀਂ ਹੈ। ਸਿਮਿਲਰਲੀ ਇਹਨਾਂ ਦੇ ਇੰਟੀਰੀਅਰ ਐਂਗਲਸ ਵੀ ਇਕੁਅਲ ਨਹੀਂ ਹੋਣਗੇ। ਠੀਕ ਆ, ਫੋਰ ਐਗਜ਼ਾਮਪਲ ਇੱਕ ਟ੍ਰਾਇੰਗਲ ਆ, ਇਹਨਾਂ ਦੀ ਜਿਹੜੀ ਲਾਈਨ ਸੈਗਮੈਂਟ ਹੈਗੀ AB ਉਹਦੀ ਡਿਫਰੈਂਟ ਲੈਂਥ ਹੈ, BC ਦੀ ਡਿਫਰੈਂਟ ਲੈਂਥ ਹੈ ਤੇ CA ਦੀ ਵੀ ਲੈਂਥ ਡਿਫਰੈਂਟ ਹੈ। ਕਲੀਅਰ ਹੈ ਤੁਹਾਨੂੰ? ਯੈਸ ਮੈਮ। ਇੰਨਾ ਸਮਝ ਆ ਗਿਆ? ਯੈਸ ਮੈਮ। ਸਾਈਡ ਦੇ ਬੇਸਿਸ ਦੇ ਉੱਤੇ ਆਪਾਂ ਉਹਨਾਂ ਨੂੰ ਕਲਾਸੀਫਾਈ ਕਰਦੇ ਹਾਂ। ਤੁਸੀਂ ਮੈਨੂੰ ਕਲਾਸੀਫਾਈ ਕਰਕੇ ਦੱਸਿਓ। ਠੀਕ ਹੈ ਬੱਚਿਓ, ਤੇ ਨਾਲ ਨਾਲ ਆਪਣੀ ਕਾਪੀ ਤੇ ਵੀ ਕਰੀ ਜਾਈਓ। ਲੁੱਕ ਐਟ ਦੀ ਫਰਸਟ ਟ੍ਰਾਇੰਗਲ। ਇਸ ਟ੍ਰਾਇੰਗਲ ਨੂੰ ਦੇਖ ਕੇ ਤੁਹਾਨੂੰ ਇਹ ਕਿਹੜੀ ਟਾਈਪ ਦੀ ਲੱਗ ਰਹੀ ਆ? ਮੈਮ ਸਕੇਲਨ ਟ੍ਰਾਇੰਗਲ। ਓਕੇ, ਦੈਨ ਸੈਕਿੰਡ? ਮੈਮ ਆਈਸੋਸੇਲਸ ਟ੍ਰਾਇੰਗਲ। ਵੈਰੀ ਗੁੱਡ। ਇਹ ਆਈਸੋਲੇਸ ਕਿਉਂ ਹੈਗੀ ਆ? ਮੈਮ ਬਿਕੋਜ਼ ਇਹਦੀਆਂ ਦੋ ਸਾਈਡਸ PQ ਤੇ ਸਾਈਡ PR ਦੋਨੋਂ ਇਕੁਅਲ ਆ ਤੇ ਸਾਈਡ QR ਉਹ ਡਿਫਰੈਂਟ ਆ ਦੋਨਾਂ ਨਾਲੋਂ। ਵੈਰੀ ਗੁੱਡ। ਹੁਣ ਥਰਡ ਵਨ? ਮੈਮ ਥਰਡ ਇਕੁਏਲੇਟਰਲ ਟ੍ਰਾਇੰਗਲ ਆ ਬਿਕੋਜ਼ ਇਹਦੀਆਂ ਸਾਰੀਆਂ ਸਾਈਡਸ ਸੇਮ ਆ। ਵੈਰੀ ਗੁੱਡ। ਨਾਓ ਫੋਰਥ? ਮੈਮ fourth triangle is scalene triangle. Very good. Fifth? ਮੈਮ fifth triangle is isosceles triangle. ਚਲੋ ਇਨ ਤੋਂ ਪਤਾ ਲੱਗ ਗਿਆ ਕਿ ਤੁਹਾਨੂੰ ਕਲੀਅਰ ਹੋ ਚੁੱਕਾ ਆ। ਚਲੋ ਹੁਣ next is on the basis of angles. ਠੀਕ ਹੈ, ਹੁਣ ਐਂਗਲਸ ਦੇ ਬੇਸਿਸ ਦੇ ਉੱਤੇ ਆਪਾਂ ਜਦੋਂ ਕਰਦੇ ਆ ਪਹਿਲੀ ਆਉਂਦੀ ਹੈ acute angle triangle. ਠੀਕ ਹੈ, ਇਹ ਉਹ ਟ੍ਰਾਇੰਗਲ ਹੁੰਦੇ ਜਿਹਦੇ ਇੰਟੀਰੀਅਰ ਐਂਗਲਸ ਜਿਹੜੇ ਹੁੰਦੇ ਆ ਉਹ 90 ਡਿਗਰੀ ਤੋਂ ਘੱਟ ਹੁੰਦੇ ਆ। ਠੀਕ ਹੈ, ਦੈਨ ਉਹ ਟ੍ਰਾਇੰਗਲ ਕਿਹੜੀ ਹੋਊਗੀ? acute angle triangle ਹੋਊਗੀ। ਹੁਣ ਇਹ ਫਿਗਰ ਦੇਖੋ, ਇਹਦੇ ਵਿੱਚ ਤਿੰਨੋਂ ਐਂਗਲ 90 ਡਿਗਰੀ ਤੋਂ ਘੱਟ ਹੈਗੇ ਆ। ਯੈਸ ਮੈਮ। ਹਾਂ, ਸੋ ਇਹ ਕਿਹੜੀ ਟ੍ਰਾਇੰਗਲ ਹੋ ਗਈ? acute angle triangle ਹੋ ਗਈ। ਠੀਕ ਹੈ, ਨੈਕਸਟ ਟਾਈਪ ਇਹਦੀ ਆਉਂਦੀ ਹੈ obtuse angle triangle. ਇਹ ਉਹ ਟ੍ਰਾਇੰਗਲ ਹੁੰਦੀ ਹੈ ਜਿਹਦਾ ਇੱਕ ਐਂਗਲ 90 ਡਿਗਰੀ ਤੋਂ ਜ਼ਿਆਦਾ ਹੁੰਦਾ ਆ ਤੇ ਬਾਕੀ ਦੋ 90 ਡਿਗਰੀ ਤੋਂ ਘੱਟ ਹੁੰਦੇ ਆ। ਉਹ ਟ੍ਰਾਇੰਗਲ ਹੁੰਦੀ ਆ obtuse angle triangle. ਹੁਣ ਇਹ ਪਿਕਚਰ ਦੇਖੋ, ਇਹਦੇ ਵਿੱਚ ਐਂਗਲ A ਤੇ ਐਂਗਲ C ਦੋਨੋਂ 90 ਡਿਗਰੀ ਤੋਂ ਘੱਟ ਹੈ ਬਟ ਐਂਗਲ B ਕਿੰਨਾ ਆ? 96 ਡਿਗਰੀ ਤੇ ਇਹ 90 ਡਿਗਰੀ ਤੋਂ ਕੀ ਹੈ? ਜ਼ਿਆਦਾ ਹੈ। ਸੋ ਇਹ ਕਿਹੜੀ ਟ੍ਰਾਇੰਗਲ ਹੋ ਗਈ? obtuse angle triangle ਹੋ ਗਈ। ਆਉਂਦੀ ਹੈ ਥਰਡ ਟਾਈਪ, ਰਾਈਟ ਐਂਗਲ ਟ੍ਰਾਇੰਗਲ। ਇਹ ਉਹ ਟ੍ਰਾਇੰਗਲ ਹੁੰਦੀ ਹੈਗੀ ਆ ਜਿਹਦੇ ਵਿੱਚ ਇੱਕ ਐਂਗਲ ਐਗਜ਼ੈਕਟਲੀ 90 ਡਿਗਰੀ ਦੇ ਬਰਾਬਰ ਹੁੰਦਾ ਹੈ। ਕਿਹਦੇ ਬਰਾਬਰ ਹੁੰਦਾ ਆ? 90 ਡਿਗਰੀ ਦੇ ਬਰਾਬਰ ਹੁੰਦਾ ਹੈ ਤੇ ਇਹਦੇ ਜਿਹੜੇ ਬਾਕੀ ਦੋ ਐਂਗਲਸ ਹੁੰਦੇ ਆ ਉਹਨਾਂ ਦੋਨਾਂ ਦਾ ਜਿਹੜਾ ਸਮ ਹੁੰਦਾ ਆ ਉਹ ਵੀ ਕੀ ਆਂਦਾ? ਹਮੇਸ਼ਾ
90 ਡਿਗਰੀ ਆਉਂਦਾ ਹੈਗਾ। ਉਹ ਟ੍ਰਾਇੰਗਲ ਕਿਹੜੀ ਹੁੰਦੀ ਆ? ਰਾਈਟ ਐਂਗਲ ਟ੍ਰਾਇੰਗਲ। ਹੁਣ ਮੈਂ ਤੁਹਾਨੂੰ ਇਹਦੀ ਪਿਕਚਰ ਦਿਖਾਉਂਦੀ ਆ। ਇਹਦੇ ਵਿੱਚ ਐਂਗਲ B ਕਿੰਨਾ ਆ? 90 ਡਿਗਰੀ, ਤੇ ਐਂਗਲ A ਤੇ ਐਂਗਲ C ਦਿੱਤਾ ਹੈ 60 ਡਿਗਰੀ ਤੇ 30 ਡਿਗਰੀ। ਹੁਣ ਮੈਨੂੰ ਦੱਸੋ ਐਂਗਲ A ਤੇ ਐਂਗਲ C ਨੂੰ ਅਸੀਂ ਜਦੋਂ ਐਡ ਕਰਦੇ ਹਾਂ ਤਾਂ ਕਿੰਨਾ ਆਉਂਦਾ ਹੈ? ਮੈਮ 90 ਡਿਗਰੀ। ਹਾਂ, ਦੇਖਿਆ। ਹੁਣ ਐਂਗਲ B ਹੈਗਾ ਹੈ 90 ਡਿਗਰੀ, ਐਂਗਲ A ਤੇ B ਦੋਨਾਂ ਦਾ ਟੋਟਲ ਕਿੰਨਾ ਹੋ ਗਿਆ? 90 ਡਿਗਰੀ ਹੋ ਗਿਆ। ਸੋ ਇਹ ਕਿਹੜੀ ਟਾਈਪ ਦੀ ਟ੍ਰਾਇੰਗਲ ਹੋ ਗਈ? ਰਾਈਟ ਐਂਗਲ ਟ੍ਰਾਇੰਗਲ ਹੋ ਗਈ। ਇੰਨਾ ਸਮਝ ਆ ਗਿਆ? ਯੈਸ ਮੈਮ। ਹੁਣ ਆਪਾਂ ਯੈਸ ਮੈਮ। ਚਲੋ ਮੈਂ ਤੁਹਾਨੂੰ ਕੁਝ ਟ੍ਰਾਇੰਗਲਸ ਦਿਖਾਉਂਗੀ, ਤੁਸੀਂ ਮੈਨੂੰ ਬਾਰੀ-ਬਾਰੀ ਦੱਸਿਓ, ਠੀਕ ਹੈ? ਹੁਣ ਫਰਸਟ ਟ੍ਰਾਇੰਗਲ ਦੱਸੋ ਮੈਨੂੰ ਕਿਸ ਟਾਈਪ ਦੀ ਆ? ਮੈਮ ਦਿਸ ਇਜ਼ ਅ ਕਿਊਟ ਟ੍ਰਾਇੰਗਲ। ਹਾਂ, ਵੈਰੀ ਗੁੱਡ। ਨੈਕਸਟ? ਮੈਮ ਰਾਈਟ ਐਂਗਲ ਟ੍ਰਾਇੰਗਲ। ਯੈਸ, ਕਿਉਂਕਿ ਇਹਦਾ ਇੱਕ ਐਂਗਲ 90 ਡਿਗਰੀ ਹੈ ਤੇ ਬਾਕੀ ਦੋਨਾਂ ਦਾ ਸਮ ਕਿੰਨਾ ਆਂਦਾ ਹੈ? 90 ਡਿਗਰੀ ਆਂਦਾ। ਥਰਡ ਇਜ਼? ਮੈਮ ਓਬਟਿਊਜ਼। ਹਾਂ, ਕਿਉਂ ਓਬਟਿਊਜ਼ ਆ? ਮੈਮ ਇੱਕ ਐਂਗਲ 90 ਡਿਗਰੀ ਤੋਂ ਜ਼ਿਆਦਾ। ਵੈਰੀ ਗੁੱਡ। ਹੁਣ ਜਿਹੜੀ ਫੋਰਥ ਵਨ ਟ੍ਰਾਇੰਗਲ ਹੈਗੀ ਆ ਜਿਹਦੇ ਤਿੰਨੋਂ ਐਂਗਲ 60 ਡਿਗਰੀ ਆ, ਉਹ ਕਿਹੜੀ ਟਾਈਪ ਦੀ ਟ੍ਰਾਇੰਗਲ ਆ? ਮੈਮ ਐਕਿਊਟ। ਵੈਰੀ ਗੁੱਡ। ਨੈਕਸਟ? ਮੈਮ ਰਾਈਟ ਐਂਗਲ ਟ੍ਰਾਇੰਗਲ। ਨੈਕਸਟ? ਓਬਟਿਊਜ਼। ਵੈਰੀ ਗੁੱਡ। ਆਈ ਹੋਪ ਇੰਨਾ ਤੁਹਾਨੂੰ ਕਲੀਅਰ ਹੋ ਚੁੱਕਾ ਹੋਊਗਾ। ਹੋ ਗਿਆ ਕਲੀਅਰ ਸਭ ਨੂੰ? ਯੈਸ ਮੈਮ। ਅੱਗੇ ਚਲੀਏ ਆਪਾਂ? ਯੈਸ ਮੈਮ। ਨੈਕਸਟ ਆਪਾਂ ਕਰਦੇ ਹਾਂ ਮੀਡੀਅਨਸ ਆਫ ਅ ਟ੍ਰਾਇੰਗਲ, ਠੀਕ ਆ? ਹੁਣ ਇਸ ਡਾਇਗਰਾਮ ਨੂੰ ਦੇਖੋ, ਇਹਦੇ ਵਿੱਚ ਕੀ ਦਿਖਦਾ ਹੈ ਤੁਹਾਨੂੰ? ਮੈਮ ਮੀਡੀਅਨ ਹੈ ਇਹਦੇ ਅੰਦਰ। ਹਾਂ, ਵੈਰੀ ਗੁੱਡ। ਹੁਣ ਮੀਡੀਅਨ ਹੁੰਦਾ ਕੀ ਆ ਆਪਾਂ ਉਹ ਪੜ੍ਹਦੇ ਹਾਂ, ਠੀਕ ਆ? ਮੀਡੀਅਨ ਜਿਹੜਾ ਹੁੰਦਾ ਟ੍ਰਾਇੰਗਲ ਦਾ, ਉਹ ਇੱਕ ਲਾਈਨ ਸੈਗਮੈਂਟ ਹੁੰਦੀ ਹੈਗੀ ਆ ਜੋ ਕਿਸੇ ਸਾਈਡ ਦੇ ਓਪੋਜ਼ਿਟ ਸਾਈਡ ਦੇ ਵਰਟੈਕਸ ਪੁਆਇੰਟ ਨੂੰ ਜੁਆਇਨ ਕਰਦੀਆਂ। ਹੁਣ ਇਸ ਡਾਇਗਰਾਮ ਦੇ ਵਿੱਚ ਦੇਖੋ, ਇਹਦੇ ਵਿੱਚ ਵਰਟੈਕਸ ਪੁਆਇੰਟ A ਆ, ਉਹ ਉਹਦੀ ਓਪੋਜ਼ਿਟ ਸਾਈਡ ਜੋ ਕਿ B ਤੇ C ਹੈਗੀ ਆ, BC ਸਾਈਡ ਹੈ ਨਾ, ਉਹਨੂੰ ਜਾ ਕੇ ਜੁਆਇਨ ਕੀਤਾ ਹੈ, ਠੀਕ ਹੈ? ਸੋ ਇੱਥੇ ਮੀਡੀਅਨ ਕਿੰਨਾ ਹੋ ਗਿਆ? AD ਕੀ ਹੋ ਗਿਆ? ਮੀਡੀਅਨ ਹੋ ਗਿਆ। ਹਰ ਟ੍ਰਾਇੰਗਲ ਦੇ 3 ਮੀਡੀਅਨਸ ਹੁੰਦੇ ਆ, ਠੀਕ ਆ? ਫੋਰ ਐਗਜ਼ਾਮਪਲ ਇਹ ਟ੍ਰਾਇੰਗਲ ਦੇਖੋ, ਠੀਕ ਆ? ਹੁਣ ਇਹਦੇ ਕਿੰਨੇ ਸਾਰੇ ਮੀਡੀਅਨਸ ਆ ਗਏ? ਯੈਸ ਮੈਮ। ਠੀਕ ਆ? ਹੁਣ ਜੇ ਅਸੀਂ ਗੱਲ ਕਰੀਏ ਵਰਟੈਕਸ ਪੁਆਇੰਟ A ਦੀ, ਠੀਕ ਆ? ਵਰਟੈਕਸ ਪੁਆਇੰਟ A ਓਪੋਜ਼ਿਟ ਸਾਈਡ BC ਨੂੰ ਆ ਕੇ ਮਿਲਦਾ ਪਿਆ ਤਾਂ AD ਕੀ ਹੋ ਗਿਆ? ਮੀਡੀਅਨ ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਵਰਟੈਕਸ ਪੁਆਇੰਟ B ਦੇਖਦੇ ਆ ਤਾਂ ਉਹਦੀ ਓਪੋਜ਼ਿਟ ਸਾਈਡ ਕਿਹੜੀ ਆ? AC ਆ। ਤਾਂ ਉੱਥੇ ਉਹ ਕਿਹੜੇ ਪੁਆਇੰਟ ਤੇ ਜਾ ਕੇ ਮਿਲਦਾ ਪਿਆ? E ਪੁਆਇੰਟ ਤੇ। ਤਾਂ ਸਾਤੋਂ ਮੀਡੀਅਨ ਕੀ ਹੋ ਗਿਆ? BE ਹੋ ਗਿਆ। ਯੈਸ ਮੈਮ। ਸੇਮ ਇਸੇ ਤਰ੍ਹਾਂ ਇਹ ਵਰਟੈਕਸ ਪੁਆਇੰਟ C ਦੇ ਉੱਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਉਹ ਪੁਆਇੰਟ ਕਿੱਥੇ ਜਾ ਕੇ ਮੀਟ ਕਰਦਾ ਪਿਆ? ਲਾਈਨ ਸੈਗਮੈਂਟ AB ਦੇ ਉੱਤੇ। ਕਿਹੜੇ ਪੁਆਇੰਟ ਤੇ ਜਾ ਕੇ? F ਤੇ। ਤੇ CF ਕੀ ਹੋ ਗਿਆ? ਮੀਡੀਅਨ ਹੋ ਗਿਆ, ਠੀਕ ਹੈ? ਸੋ ਆਪਾਂ ਕੀ ਪੜਿਆ ਕਿ ਪਹਿਲੇ ਜੋ ਟ੍ਰਾਇੰਗਲ ਦਿੱਤੀ ਸੀਗੀ ABC, ਉਹਦੇ ਵਿੱਚ AD ਮੀਡੀਅਨ ਆ। ਕਿਉਂ? ਕਿਉਂਕਿ ਵਰਟੈਕਸ ਪੁਆਇੰਟ A ਤੋਂ D ਪੁਆਇੰਟ ਤੇ ਜਾ ਕੇ ਉਹ ਮੀਟ ਕਰ ਰਿਹਾ ਹੈਗਾ ਕਿਹੜੀ ਓਪੋਜ਼ਿਟ ਸਾਈਡ ਦੇ ਉੱਤੇ? BC ਸਾਈਡ ਦੇ ਉੱਤੇ, ਠੀਕ ਆ? ਇਸੇ ਤਰ੍ਹਾਂ ਹੀ ਟ੍ਰਾਇੰਗਲ ABC ਜੋ ਕਿ ਸੈਕਿੰਡ ਡਾਇਗਰਾਮ ਆ, ਉਹਦੇ ਵਿੱਚ ਕਿੰਨੇ ਮੀਡੀਅਨ ਆ ਗਏ? 3 ਮੀਡੀਅਨ ਆ ਗਏ। ਕਿਹੜੇ? AD, BE, CF। ਵੈਰੀ ਗੁੱਡ। ਹੁਣ ਇਹਦੇ ਵਿੱਚ ਸੈਂਟਰ 'ਚ ਪੁਆਇੰਟ ਦੇਖ ਰਹੇ ਹੋ ਇੱਕ ਤੁਸੀਂ? ਯੈਸ ਮੈਮ। ਇਹ ਹੈਗਾ ਆ ਪੁਆਇੰਟ G। ਜੋ ਵੀ ਜਿੱਥੇ ਵੀ ਮੀਡੀਅਨਸ ਆ ਕੇ ਮੀਟ ਕਰਦੇ ਆ ਜਾਂ ਜਿੱਥੇ ਵੀ ਕੰਬਾਈਨ ਹੁੰਦੇ ਹੈਗੇ ਆ, ਉਹ ਪੁਆਇੰਟ ਹੁੰਦਾ ਆ ਸੈਂਟਰੋਇਡ ਆਫ ਅ ਟ੍ਰਾਇੰਗਲ, ਠੀਕ ਆ? ਹਮੇਸ਼ਾ ਸੈਂਟਰ 'ਚ ਆ ਕੇ ਮੀਡੀਅਨਸ ਮਿਲਦੇ ਹੈਗੇ ਆ। ਕਲੀਅਰ ਹੋ ਗਿਆ? ਨੈਕਸਟ ਆਪਾਂ ਕਰਦੇ ਹਾਂ ਹੁਣ ਐਲਟੀਟਿਊਡਸ। ਆਪਾਂ ਡੇਲੀ ਲਾਈਫ ਦੇ ਵਿੱਚ ਕਈ ਚੀਜ਼ਾਂ ਨੂੰ ਓਬਜ਼ਰਵ ਕਰਦੇ ਹਾਂ। ਕਈ ਚੀਜ਼ਾਂ ਦੀ ਤੁਸੀਂ ਹਾਈਟ ਦੇਖੀ ਹੋਣੀ ਕਿ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ। ਹੁਣ ਇਸ ਸਲਾਈਡ ਦੇ ਵਿੱਚ ਦੇਖੋ, ਇੱਕ ਪੇੜ ਹੈ, ਇੱਕ ਪਰਸਨ ਹੈ ਜੋ ਇੱਕ ਲੜਕੀ ਦੀ ਹਾਈਟ ਮੇਜ਼ਰ ਕਰ ਰਿਹਾ ਆ, ਇੱਕ ਗੇਟ ਆ। ਇਹਨਾਂ ਦੀ ਕੁਛ ਨਾ ਕੁਛ ਹਾਈਟ ਹੋਣੀ ਆ ਤੇ ਤੁਸੀਂ ਮੈਨੂੰ ਦੱਸੋਗੇ ਕਿ ਆਪਾਂ ਯੂਜ਼ਲੀ ਹਾਈਟ ਨੂੰ ਮੇਜ਼ਰ ਕਿੱਦਾਂ ਕਰਦੇ ਆ? ਯੈਸ ਮੈਮ। ਮੈਮ ਬਾਟਮ ਟੂ ਅਪਵਰਡ। ਓਕੇ, ਵੈਰੀ ਗੁੱਡ। ਅਸੀਂ ਹਾਈਟ ਨੂੰ ਕਿੱਦਾਂ ਮੇਜ਼ਰ ਕਰਦੇ ਹਾਂ? ਬਾਟਮ ਟੂ ਅਪ। ਇਸੇ ਤਰ੍ਹਾਂ ਹੀ ਅਸੀਂ ਟ੍ਰਾਇੰਗਲ ਦੀ ਹਾਈਟ ਵੀ ਮੇਜ਼ਰ ਕਰ ਸਕਦੇ ਹਾਂ। ਕਰਦੇ ਹਾਂ
ਐਲਟੀਟਿਊਡ ਆਫ ਅ ਟ੍ਰਾਇੰਗਲ। ਠੀਕ ਹੈ, ਐਲਟੀਟਿਊਡ ਆਫ ਟ੍ਰਾਇੰਗਲ ਕੀ ਹੁੰਦਾ ਆ ਉਹ ਦੇਖ ਲੈਂਦੇ ਆ। ਕਿਸੇ ਵੀ ਟ੍ਰਾਇੰਗਲ ਦਾ ਐਲਟੀਟਿਊਡ ਜਿਹੜਾ ਹੁੰਦਾ ਆ ਉਹ ਉਹਦੀ ਹਾਈਟ ਹੁੰਦੀ ਹੈਗੀ ਆ। ਇਹ ਇੱਕ ਲਾਈਨ ਸੈਗਮੈਂਟ ਹੁੰਦੀ ਆ ਜੋ ਕਿਸੇ ਇੱਕ ਵਰਟੈਕਸ ਤੋਂ ਬਣਦੀ ਹੈਗੀ ਆ ਉਹਦੀ ਆਪੋਜ਼ਿਟ ਸਾਈਡ ਦੇ ਉੱਤੇ। ਜਿੱਦਾਂ ਅਸੀਂ ਮੀਡੀਅਨ ਦਾ ਦੇਖਿਆ ਸੀਗਾ ਨਾ, ਕਿਸੇ ਇੱਕ ਵਰਟੈਕਸ ਪੁਆਇੰਟ ਦੇ ਉੱਤੇ ਆਪਾਂ ਮੀਡੀਅਨ ਡਰਾ ਕੀਤਾ ਸੀਗਾ ਉਹਦੀ ਆਪੋਜ਼ਿਟ ਸਾਈਡ ਦੇ ਉੱਤੇ। ਇਸੇ ਤਰ੍ਹਾਂ ਹੀ ਵਰਟੈਕਸ ਜਿਹੜਾ ਹੁੰਦਾ ਹੈਗਾ ਆ ਕਿਸੇ ਵੀ ਪੁਆਇੰਟ ਤੇ, ਜਾਂ ਕਿਸੇ ਵੀ ਪੁਆਇੰਟ ਦਾ ਵਰਟੈਕਸ ਜਿਹੜਾ ਹੁੰਦਾ ਹੈਗਾ ਉਹ ਪਰਪੈਂਡੀਕੂਲਰ ਹੁੰਦਾ ਉਹਦੀ ਆਪੋਜ਼ਿਟ ਸਾਈਡ ਦੇ ਉੱਤੇ, ਤੇ ਉਹ ਲਾਈਨ ਸੈਗਮੈਂਟ ਨੂੰ ਅਸੀਂ ਐਲਟੀਟਿਊਡ ਕਹਿੰਦੇ। ਐਲਟੀਟਿਊਡ ਨਾਰਮਲੀ ਜਿਹੜਾ ਹੈਗਾ ਟ੍ਰਾਇੰਗਲ ਦੇ ਅੰਦਰ ਵੀ ਹੋ ਸਕਦਾ ਹੈਗਾ ਤੇ ਟ੍ਰਾਇੰਗਲ ਦੇ ਬਾਹਰ ਵੀ ਹੋ ਸਕਦਾ ਹੈ। ਜਿਵੇਂ ਕਿ ਤੁਸੀਂ ਇਹਨਾਂ ਦੋਨਾਂ ਡਾਇਗਰਾਮਸ ਦੇ ਵਿੱਚ ਦੇਖ ਰਹੇ ਹੋ, ਪਹਿਲੀ ਡਾਇਗਰਾਮ ਦੇ ਵਿੱਚ ਐਲਟੀਟਿਊਡ ਆਊਟਸਾਈਡ ਦੀ ਟ੍ਰਾਇੰਗਲ ਹੈਗਾ ਆ ਤੇ ਸੈਕਿੰਡ ਦੇ ਵਿੱਚ ਇਨਸਾਈਡ ਦੀ ਟ੍ਰਾਇੰਗਲ ਆ, ਤੇ ਇਹ ਹਮੇਸ਼ਾ ਪਰਪੈਂਡੀਕੂਲਰ ਹੁੰਦੇ ਆ ਤੇ 90 ਡਿਗਰੀ ਦਾ ਐਂਗਲ ਬਣਾਉਂਦੇ ਹੈਗੇ ਆ। ਸੋ ਹੁਣ ਕਲੀਅਰ ਹੈ ਐਲਟੀਟਿਊਡ ਆਫ ਟ੍ਰਾਇੰਗਲ ਕੀ ਹੁੰਦਾ ਆ? ਯੈਸ ਮੈਮ। ਕਰਦੇ ਹਾਂ ਆਪਾਂ ਐਕਸਟੀਰੀਅਰ ਐਂਗਲ ਤੇ ਇੰਟੀਰੀਅਰ ਐਂਗਲਸ ਕੀ ਹੁੰਦੇ ਆ। ਠੀਕ ਆ, ਇੰਟੀਰੀਅਰ ਐਂਗਲ ਉਹ ਹੁੰਦੇ ਆ ਜੋ ਟ੍ਰਾਇੰਗਲਸ ਦੀ ਦੋ ਸਾਈਡ ਮਿਲ ਕੇ ਬਣਾਉਂਦੇ ਆ। ਟ੍ਰਾਇੰਗਲ ਦੀ ਅੰਦਰ ਵਾਲੀ ਸਾਈਡ ਦੇ ਉੱਤੇ ਜੋ ਐਂਗਲ ਬਣਦਾ ਆ ਦੋ ਸਾਈਡਸ ਨੂੰ ਕੰਬਾਈਨ ਕਰਕੇ, ਉਹ ਐਂਗਲ ਹੁੰਦਾ ਆ ਇੰਟੀਰੀਅਰ ਐਂਗਲ। ਤੇ ਐਕਸਟੀਰੀਅਰ ਐਂਗਲ ਕੀ ਹੁੰਦਾ ਹੈ ਕਿ ਅਸੀਂ ਕੋਈ ਇੱਕ ਸਾਈਡ ਲੈਂਦੇ ਆ ਟ੍ਰਾਇੰਗਲ ਦੀ, ਠੀਕ ਆ, ਤੇ ਟ੍ਰਾਇੰਗਲ ਦੀ ਉਸ ਸਾਈਡ ਨੂੰ ਅਸੀਂ ਥੋੜਾ ਜਿਹਾ ਐਕਸਟੈਂਡ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ ਦੇਖੋ, ਇਸ ਡਾਇਗਰਾਮ ਦੇ ਵਿੱਚ ਦੇਖੋ ਟ੍ਰਾਇੰਗਲ ਬਣੀ ਪਈ ਆ, ਟ੍ਰਾਇੰਗਲ ਦੇ ਅੰਦਰ ਤਿੰਨ ਐਂਗਲਸ ਆ ਤੇ ਟ੍ਰਾਇੰਗਲ ਦੇ ਬਾਹਰ ਤਿੰਨ ਐਂਗਲਸ ਆ। ਵਿਜ਼ੀਬਲ ਹੈ? ਯੈਸ ਮੈਮ। ਠੀਕ ਆ, ਟ੍ਰਾਇੰਗਲ ਦੇ ਅੰਦਰ ਤਿੰਨ ਐਂਗਲਸ ਹੈਗੇ ਅਲਫਾ, ਬੀਟਾ, ਗਾਮਾ। ਸੋ ਇਹ ਤਿੰਨੋਂ ਕੀ ਹੋਏ? ਇੰਟੀਰੀਅਰ ਐਂਗਲਸ ਹੋਏ। ਠੀਕ ਆ, ਹੁਣ ਧਿਆਨ ਨਾਲ ਦੇਖੋ ਕਿ ਮੈਂ ਟ੍ਰਾਇੰਗਲਸ ਦੀ ਸਾਈਡਸ ਨੂੰ ਐਕਸਟੈਂਡ ਕਰਕੇ ਬਾਹਰ ਨੂੰ ਕੀਤਾ ਹੋਇਆ ਹੈ। ਠੀਕ ਆ, ਤੇ ਬਾਹਰਲੀ ਸਾਈਡ ਦੇ ਉੱਤੇ ਕੀ ਬਣਾਏ ਹੋਏ ਆ? ਐਂਗਲਸ ਬਣਾਏ ਹੋਏ ਆ, ਤੇ ਉਹ ਜਿਹੜੇ ਬਾਹਰ ਵਾਲੇ ਐਂਗਲ ਆ ਉਹਨਾਂ ਨੂੰ ਆਪਾਂ ਕੀ ਕਵਾਂਗੇ? ਐਕਸਟੀਰੀਅਰ ਐਂਗਲਸ ਕਵਾਂਗੇ। ਠੀਕ ਆ, ਸੋ ਇੱਥੇ ਅਲਫਾ ਐਕਸਟੀਰੀਅਰ, ਬੀਟਾ ਐਕਸਟੀਰੀਅਰ ਤੇ ਗਾਮਾ ਐਕਸਟੀਰੀਅਰ ਕੀ ਹੋ ਗਏ? ਐਕਸਟੀਰੀਅਰ ਐਂਗਲਸ ਹੋ ਗਏ। ਠੀਕ ਆ, ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਨਾਲ ਕਰਦੇ ਹਾਂ। ਠੀਕ ਆ, ਇਹ ਇੱਕ ਟ੍ਰਾਇੰਗਲ ਆ, ਇਹਦੇ ਵਿੱਚ ਐਂਗਲ 1 2 3 ਤੇ 4 ਦਿੱਤੇ ਆ, ਤਾਂ ਹੁਣ ਇਹਦੇ ਚ ਇੰਟੀਰੀਅਰ ਐਂਗਲ ਕਿਹੜੇ ਹੋ ਗਏ? ਐਂਗਲ 1, ਐਂਗਲ 2 ਤੇ ਐਂਗਲ 3 ਕੀ ਹੋ ਗਏ ਇਹਦੇ? ਇੰਟੀਰੀਅਰ ਐਂਗਲਸ। ਹੁਣ ਜਿਹੜੇ ਐਂਗਲ 1 ਤੇ ਐਂਗਲ 3 ਵਾਲੀ ਲਾਈਨ ਸੈਗਮੈਂਟ ਆ ਉਹਨੂੰ ਐਕਸਟੈਂਡ ਕਰ ਦਈਏ ਤੇ ਉਹਦੇ ਬਾਹਰ ਇੱਕ ਐਂਗਲ ਬਣਿਆ ਪਿਆ ਐਂਗਲ 4, ਤੇ ਐਂਗਲ 4 ਕੀ ਹੋ ਗਿਆ? ਐਕਸਟੀਰੀਅਰ ਐਂਗਲ ਹੋ ਗਿਆ। ਠੀਕ ਆ, ਇਹਦੀ ਇੱਕ ਪ੍ਰੋਪਰਟੀ। ਠੀਕ ਆ, ਕਰੀਏ? ਯੈਸ ਮੈਮ। ਠੀਕ ਆ, ਐਕਸਟੀਰੀਅਰ ਐਂਗਲ ਪ੍ਰੋਪਰਟੀ ਸਾਨੂੰ ਇਹ ਕਹਿੰਦੀ ਆ ਕਿ ਕਿਸੇ ਵੀ ਟ੍ਰਾਇੰਗਲ ਦਾ ਜਿਹੜਾ ਐਕਸਟੀਰੀਅਰ ਐਂਗਲ ਹੁੰਦਾ ਆ ਉਹਦੇ ਇੰਟੀਰੀਅਰ ਆਪੋਜ਼ਿਟ ਐਂਗਲਸ ਦੇ ਸਮ ਦੇ ਬਰਾਬਰ ਹੁੰਦਾ ਹੈ। ਠੀਕ ਆ, ਹੁਣ ਡਾਇਗਰਾਮ ਦੇ ਵਿੱਚੋਂ ਦੇਖੋ, ਠੀਕ ਆ, ਇੱਥੇ ਟ੍ਰਾਇੰਗਲ ਦਿੱਤੀ ਹੈ ABC। ਠੀਕ ਆ, ਅਸੀਂ ਲਾਈਨ ਸੈਗਮੈਂਟ BC ਨੂੰ ਥੋੜਾ ਜਿਹਾ ਐਕਸਟੈਂਡ ਕਰ ਦਿੱਤਾ ਕਿਸੇ ਪੁਆਇੰਟ D ਤੱਕ। ਠੀਕ ਹੈ, ਫਿਰ ਹੁਣ ਇੰਟੀਰੀਅਰ ਐਂਗਲ ਦਿੱਤੇ ਪਏ ਐਂਗਲ 1 ਆ, 2 ਆ, ਇੱਕ ਹੋਰ ਐਂਗਲ ਆ, ਤੇ ਐਕਸਟੀਰੀਅਰ ਐਂਗਲ ਵੀ ਦਿੱਤਾ ਪਿਆ ਹੈਗਾ ਆ। ਠੀਕ ਆ, ਹੁਣ ਜੋ ਸਾਨੂੰ ਗਿਵਨ ਆ ਅਸੀਂ ਉਹ ਲਿਖ ਲੈਂਦੇ ਪਹਿਲਾਂ। ਠੀਕ ਆ, ਤੇ ਜੋ ਅਸੀਂ ਕਰਨਾ ਹੈ, ਗਿਵਨ ਕੀ ਆ ਕਿ ਸਾਨੂੰ ਇੱਕ ਟ੍ਰਾਇੰਗਲ ABC ਦਿੱਤੀ ਆ। ਹੁਣ ਇਹਦੇ ਵਿੱਚ ਐਂਗਲ ACD ਕੀ ਹੈਗਾ ਆ? ਐਕਸਟੀਰੀਅਰ ਐਂਗਲ, ਜਿੱਥੇ ਐਂਗਲ C ਦੇ ਉੱਤੇ ਦੋ ਐਂਗਲਸ ਬਣੇ ਪਏ ਆ, X ਤੇ Y ਬਣੇ ਪਏ ਆ। ਠੀਕ ਆ, ਹੁਣ ਆਪਾਂ C ਪੁਆਇੰਟ ਦੇ ਉੱਤੋਂ ਇੱਕ ਲਾਈਨ ਸੈਗਮੈਂਟ ਡਰਾ ਕੀਤੀ ਜੋ ਕਿ ਪੈਰਲਲ ਹੋਣੀ ਹੈਗੀ ਆ BA। ਠੀਕ, ਮਤਲਬ ਅਸੀਂ AB ਦੇ ਬਰਾਬਰ ਇੱਕ ਹੋਰ ਲਾਈਨ ਸੈਗਮੈਂਟ ਡਰਾ ਕੀਤੀ C ਤੋਂ E ਤੱਕ। ਠੀਕ ਆ, ਹੁਣ ਅਸੀਂ ਪ੍ਰੂਵ ਕੀ ਕਰਨਾ? ਅਸੀਂ ਪ੍ਰੂਵ ਕਰਨਾ ਹੈ ਕਿ ਜਿਹੜਾ ਐਕਸਟੀਰੀਅਰ ਐਂਗਲ ਆ ਦੈਟ ਮੀਨਸ ਜੋ ਐਂਗਲ ACD ਆ ਉਹ ਕਿਹਦੇ ਇਕੁਅਲ ਆ? ਐਂਗਲ 1 ਪਲੱਸ ਐਂਗਲ 2 ਦੇ। ਇਹੀ ਸਟੇਟਮੈਂਟ ਕਹਿੰਦੀ ਹੈ। ਯੈਸ ਮੈਮ। ਠੀਕ ਆ, ਮਤਲਬ ਇੰਟੀਰੀਅਰ ਐਂਗਲਸ ਦੇ ਸਮ ਦੇ ਬਰਾਬਰ ਪ੍ਰੂਵ ਕਰਨਾ ਹੈ। ਹੁਣ ਅਸੀਂ ਇਹਨੂੰ ਪ੍ਰੂਵ ਕਰਨਾ ਸਟੈਪ ਬਾਈ ਸਟੈਪ। ਸਭ ਤੋਂ ਪਹਿਲਾਂ ਜਿਹੜਾ ਇੰਟੀਰੀਅਰ ਐਂਗਲ X1 ਹੈਗਾ ਆ ਉਹ ਕਿਹਦੇ ਇਕੁਅਲ ਆ? ਐਕਸਟੀਰੀਅਰ ਐਂਗਲ X ਦੇ ਬਰਾਬਰ ਦਿੱਤਾ। ਕਿੱਦਾਂ? ਕਿਉਂਕਿ ਇਹ ਜਿਹੜੇ ਹੈਗੇ ਆ ਅਲਟਰਨੇਟ ਇੰਟੀਰੀਅਰ ਐਂਗਲ ਹੈਗੇ ਆ। ਕਿਉਂ? ਕਿਉਂਕਿ AB ਪੈਰਲਲ ਹੈਗਾ ਆ CE ਦੇ। ਸੋ ਦੋਨੋਂ ਐਂਗਲਸ ਕੀ ਹੋ ਗਏ? ਬਰਾਬਰ ਹੋ ਗਏ। ਇਸੇ ਤਰ੍ਹਾਂ ਹੀ ਐਂਗਲ 2 ਤੇ ਐਂਗਲ Y ਉਹ ਇਕੁਅਲ ਹੋ ਗਏ। ਕਿਉਂ? ਕਿਉਂਕਿ ਇਹ ਕੋਰਸਪੋਂਡਿੰਗ ਐਂਗਲਸ ਹੈਗੇ ਆ। ਠੀਕ ਆ, ਹੁਣ ਇਹਨਾਂ ਦੋਨਾਂ ਨੂੰ ਜਦੋਂ ਅਸੀਂ ਐਡ ਕਰਦੇ ਹਾਂ ਤਾਂ ਲੈਫਟ ਹੈਂਡ ਸਾਈਡ ਦੇ ਵਿੱਚ ਲੈਫਟ ਹੈਂਡ ਸਾਈਡ ਐਡ ਹੋਊਗੀ, ਰਾਈਟ ਹੈਂਡ ਸਾਈਡ ਦੇ ਵਿੱਚ ਰਾਈਟ ਵਾਲੀ ਐਡ ਹੋਊਗੀ। ਸੋ ਐਂਗਲ 1 ਹੋ ਗਿਆ ਪਲੱਸ ਐਂਗਲ 2 ਹੋ ਗਿਆ। ਠੀਕ ਆ, ਇਕੁਅਲ
ਐਂਗਲ x ਪਲੱਸ ਐਂਗਲ y ਹੋ ਗਿਆ। ਠੀਕ ਆ, ਹੁਣ ਦੇਖੋ ਫਿਗਰ ਦੇ ਵਿੱਚ ਦੇਖੋ ਜਿਹੜਾ ਐਂਗਲ x ਤੇ y ਹੈਗੇ ਦੋਨੋਂ ਮਿਲ ਕੇ ਕਿਹੜਾ ਐਂਗਲ ਬਣਾਉਂਦੇ ਆ, ਐਂਗਲ ACD ਬਣਾਉਂਦੇ ਆ। ਠੀਕ ਹੈ, ਤੇ ਸਾਨੂੰ ਚਾਹੀਦਾ ਵੀ ਕੀ ਸੀਗਾ, ਐਂਗਲ ACD ਚਾਹੀਦਾ ਸੀਗਾ। ਸੋ ਅਸੀਂ ਜੋ ਪ੍ਰੂਵ ਕਰਨਾ ਸੀ ਸਾਡਾ ਪ੍ਰੂਵ ਹੋ ਗਿਆ। ਯੈਸ ਮੈਮ। ਕਲੀਅਰ ਹੋ ਗਈ। ਯੈਸ ਮੈਮ। ਹੁਣ ਇਸ ਦੇ ਉੱਤੇ ਅਸੀਂ ਕੁਝ ਐਗਜ਼ਾਮਪਲਸ ਕਰਦੇ ਹਾਂ। ਸਭ ਤੋਂ ਪਹਿਲੇ ਜੋ ਟ੍ਰਾਇੰਗਲ ਦਿੱਤੀ ਹੈਗੀ ਆ ਆਪਾਂ ਉਹਨੂੰ ਸੋਲਵ ਕਰਦੇ ਹੈਗੇ। ਠੀਕ ਹੈ, ਹੁਣ ਆਪਾਂ ਪੜ੍ਹਿਆ ਕੀ ਹੈਗਾ ਐਕਸਟੀਰੀਅਰ ਐਂਗਲ ਪ੍ਰੋਪਰਟੀ ਦੇ ਵਿੱਚ ਕਿ ਜੋ ਅੰਦਰਲੇ ਇੰਟੀਰੀਅਰ ਐਂਗਲਸ ਦਾ ਸਮ ਹੁੰਦਾ ਆ ਉਹ ਇਕੁਅਲ ਹੁੰਦਾ ਐਕਸਟੀਰੀਅਰ ਐਂਗਲਸ ਦੇ। ਸੋ ਇੱਥੇ ਕੀ ਹੈ ਨਾ 60 + 60 = x ਡਿਗਰੀ। ਹੁਣ 60 + 60 ਕਿੰਨਾ ਹੁੰਦਾ ਮੈਮ 120 ਡਿਗਰੀ। ਵੈਰੀ ਗੁੱਡ। ਸੋ ਸਾਡਾ ਐਕਸਟੀਰੀਅਰ ਐਂਗਲ ਕਿੰਨਾ ਆ ਗਿਆ 120 ਡਿਗਰੀ। ਹੁਣ ਇਹਨੂੰ ਦੂਸਰੀ ਐਗਜ਼ਾਮਪਲ ਦੇ ਨਾਲ ਕਰਦੇ ਹਾਂ। ਸੇਮ ਉਸੇ ਤਰ੍ਹਾਂ ਹੀ ਸਮ ਆਫ ਇੰਟੀਰੀਅਰ ਆਪੋਜ਼ਿਟ ਐਂਗਲ ਇਕੁਅਲ ਹੋ ਗਿਆ ਐਕਸਟੀਰੀਅਰ ਐਂਗਲਸ ਦੇ। ਹੁਣ ਸਾਨੂੰ ਕਿਹੜੇ ਕਿਹੜੇ ਦਿੱਤੇ ਐਂਗਲ ਮੈਮ ਐਂਗਲ 63 ਪਲੱਸ 86 ਡਿਗਰੀ। ਸੋ ਇਹਨਾਂ ਨੂੰ ਟੋਟਲ ਕਰਕੇ ਕਿੰਨਾ ਆਣਾ ਆ 149 ਡਿਗਰੀ। ਸੋ ਐਕਸਟੀਰੀਅਰ ਐਂਗਲ ਕਿੰਨਾ ਹੋ ਗਿਆ ਸਾਡਾ 149 ਡਿਗਰੀ। ਵੈਰੀ। ਇਹ ਕੁਝ ਕੁਐਸਚਨਸ ਹੈਗੇ ਆ, ਇਹਨਾਂ ਨੂੰ ਪ੍ਰੈਕਟਿਸ ਕਰਦੇ ਆ ਆਪਣੀ ਨੋਟਬੁੱਕਸ ਦੇ ਵਿੱਚ, ਇਹਨਾਂ ਨੂੰ ਕਰੋ ਤੇ ਮੈਨੂੰ ਦੱਸੋ ਇਹ ਕਿੰਨਾ ਕਿੰਨਾ ਆਂਦਾ ਹੈ। ਓਕੇ ਮੈਮ। ਠੀਕ ਹੈ, ਫਸਟ ਟ੍ਰਾਇੰਗਲ ਨੂੰ ਸੋਲਵ ਕਰੋ, ਕਿੰਨਾ ਆਂਦਾ ਤੁਹਾਡਾ ਮੈਮ 90 ਡਿਗਰੀ। ਵੈਰੀ ਗੁੱਡ। ਸੋ ਐਕਸਟੀਰੀਅਰ ਐਂਗਲ ਕਿੰਨਾ ਹੋ ਗਿਆ ਸਾਡਾ 90 ਡਿਗਰੀ ਹੋ ਗਿਆ। ਦੈਨ ਸੈਕਿੰਡ ਐਗਜ਼ਾਮਪਲ ਕਰੋ ਮੈਮ 120 ਡਿਗਰੀ। ਵੈਰੀ ਗੁੱਡ। ਆਈ ਹੋਪ ਤੁਹਾਨੂੰ ਇਹ ਸਭ ਕੁਝ ਕਲੀਅਰ ਹੋ ਚੁੱਕਾ ਹੋਣਾ ਹੈਗਾ ਆ ਤੇ ਤੁਸੀਂ ਘਰੋਂ ਇਹ ਸਭ ਪ੍ਰੈਕਟਿਸ ਕਰਕੇ ਆਉਂਗੇ। ਕੋਈ ਡਾਊਟ ਤਾਂ ਨਹੀਂ ਹੈਗਾ? ਨੋ ਮੈਮ। ਓਕੇ, ਥੈਂਕ ਯੂ।